ਸਤਿਕਾਰਯੋਗ ਭੈਣੋ ਅਤੇ ਭਰਾਓ, ਅੱਜ 15 ਅਕਤੂਬਰ 2020 ਨੂੰ ਮੇਰਾ 65ਵਾਂ ਜਨਮ ਦਿਨ ਹੈ, ਕਿਉਂਕਿ ਮੈਂ 64 ਸਾਲ ਪੂਰੇ ਕਰ ਚੁੱਕੇ ਹਨ। ਅਤੇ ਮੇਰਾ ਇੱਕ ਲੇਖਾਂ ਦੀ ਕਿਤਾਬ ਦਾ ਚੱਲ ਰਿਹਾ ਹੈ, ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਮੇਰੀਆਂ 9 ਕਿਤਾਬਾਂ ਪਹਿਲਾਂ ਛਪ ਕੇ ਆ ਚੁੱਕੀਆਂ ਹਨ। ਇਹ ਮੇਰੀ 14ਵੀਂ ਕਿਤਾਬ ਹੈ ਜਿਹੜੀ ਮੈਂ ਲਿਖ ਰਿਹਾ ਹਾਂ ਲੇਖਾਂ ਦੀ। ਉਸ ਵਿੱਚ ਅੱਜ ਮੈਂ ਕਿਸਾਨਾਂ ਦੇ ਦਰਦ ਬਾਰੇ ਆਪਣੇ ਲਿਖਣ ਦਾ ਕੋਸ਼ਿਸ਼ ਕੀਤੀ ਹੈ, ਸੋ ਆਪ ਜੀ ਨੂੰ ਪਸੰਦ ਆਵੇਗੀ। ਇਹ ਲੇਖ ਦਾ ਸਿਰਲੇਖ ਹੈ ਜੀ ਜਨਮ ਦਿਨ। ਅੱਜ ਮੇਰਾ ਮਨ ਬਿਲਕੁਲ ਨਹੀਂ ਸੀ ਕਿ ਮੈਂ ਆਪਣੇ ਜਨਮ ਦਿਨ ਬਾਰੇ ਕੋਈ ਪੋਸਟ ਪਾਵਾਂਗਾ, ਪਰ ਫੇਸਬੁੱਕ ਵਾਲਿਆਂ ਨੇ ਮੈਨੂੰ ਜਨਮ ਦਿਨ ਦੀਆਂ ਵਧਾਈਆਂ ਭੇਜੀਆਂ। ਇਹ ਤਾਂ ਬਣਦਾ ਹੀ ਸੀ, ਕਿਉਂਕਿ ਮੈਨੂੰ ਹਰੇਕ ਦੇ ਜਨਮ ਦਿਨ ਦਾ ਬੜਾ ਚਾਅ ਹੁੰਦਾ। ਪਰ ਇਸ ਨੂੰ ਇਹ ਨਾ ਸਮਝਿਆ ਜਾਵੇ ਕਿ ਮੈਨੂੰ ਮਰਨ ਦਾ ਸੋਗ ਜਾਂ ਅਫਸੋਸ ਕਰਨਾ ਹੀ ਨਹੀਂ ਆਉਂਦਾ। ਪਰ ਮੁਸ਼ਕਿਲ ਉਦੋਂ ਹੁੰਦੀ ਜਦੋਂ ਮਰਨ ਵਾਲਾ ਤੁਰ ਗਿਆ ਹੁੰਦਾ ਅਤੇ ਉਹੀ ਮੈਨੂੰ ਜਾਣਦਾ ਹੁੰਦਾ। ਫਿਰ ਕਈ ਵਾਰ ਅਫਸੋਸ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ। ਭਾਵੇਂ ਕਿ ਮੈਨੂੰ ਅਫਸੋਸ ਹੁੰਦਾ, ਪਰ ਦੂਸਰੇ ਪਾਸੇ ਕੋਈ ਨਹੀਂ ਹੁੰਦਾ। ਗੱਲ ਜਨਮ ਦਿਨ 'ਤੇ ਘੜਮ ਚੌਧਰੀ ਦੀ ਚੱਲੀ। ਮੈਂ ਅਕਸਰ ਹੀ 15 20 ਲੋਕਾਂ ਦੇ ਜਨਮ ਦਿਨ ਦੀਆਂ ਵਧਾਈਆਂ ਹਰ ਰੋਜ਼ ਦਿੰਦਾ, ਅਤੇ ਜਿਨ੍ਹਾਂ ਨੂੰ ਵਧਾਈਆਂ ਜਾਂਦੀਆਂ ਉਹ ਵੀ ਤਾਕ 'ਚ ਹੁੰਦੇ ਕਦ ਵਾਪਸ ਕੀਤੀਆਂ ਜਾਣ। ਕਿਹੜਾ ਕੁਝ ਲੈਣਾ ਦੇਣਾ ਹੁੰਦਾ ਹੈ, ਐਵੇਂ ਮਨ ਹੀ ਖੁਸ਼ ਕਰਨਾ ਹੁੰਦਾ ਹੈ। ਨਾ ਤਾਂ ਜਨਮ ਦਿਨ ਵਾਲਾ ਖੁਸ਼ ਹੁੰਦਾ ਅਤੇ ਨਾ ਹੀ ਜਨਮ ਦਿਨ ਦੀ ਵਧਾਈ ਦੇਣ ਵਾਲਾ ਖੁਸ਼। ਇਹੀ ਕੁਝ ਅੱਜ ਮੇਰੇ ਨਾਲ ਵਾਪਰਿਆ। ਗੱਲ ਨੂੰ ਥੋੜ੍ਹਾ ਜਿਹਾ ਹੋਰ ਵਿਸਥਾਰ 'ਚ ਦੱਸਣਾ ਚਾਹੁੰਦਾ ਹਾਂ। ਇੱਕ ਦਿਨ ਪਹਿਲਾਂ ਹੀ ਕੁਝ ਅਜਿਹਾ ਵਾਪਰਿਆ ਜਿਸ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ। ਜਿੱਦਾਂ ਕਿ ਆਪ ਨੂੰ ਪਤਾ ਕਿ ਕਿਸਾਨ ਦੁਖੀ ਹੋਵੇ ਤਾਂ ਸਾਰੇ ਹੀ ਦੁਖੀ ਹੁੰਦੇ, ਕਿਉਂਕਿ ਸਾਰਾ ਦਿਨ ਖਾਣ ਪੀਣ ਨੂੰ ਸਮਾਨ ਕਿਸਾਨ ਦਿੰਦਾ। ਅੱਜ ਮੇਰਾ ਜਨਮ ਦਿਨ, ਪਰ ਇੱਕ ਦਿਨ ਪਹਿਲਾਂ ਕਿਸਾਨਾਂ ਨੇ ਖੇਤੀਬਾੜੀ ਸਕੱਤਰ ਨਾਲ ਮੀਟਿੰਗ 'ਤੇ ਗਏ ਅਤੇ ਸਾਹਿਤਕ ਹਲਕਿਆਂ 'ਚ ਕਾਫੀ ਚਰਚਾ ਹੋਈ, ਅਤੇ ਉਸ ਚਰਚਾ 'ਚ ਮੈਂ ਵੀ ਸ਼ਾਮਲ ਹੋ ਗਿਆ। ਕਿਉਂਕਿ ਘੜਮ ਚੌਧਰੀ ਨੂੰ ਆਦਤ ਹੁੰਦੀ ਹੈ ਕਿ ਐਵੇਂ ਹੀ ਟੰਗ ਫਸਾ ਦੇਣੀ ਕੋਈ, ਤੇ ਮੈਂ ਕਿਹੜਾ ਘੱਟ ਸੀ। ਐਵੇਂ ਟੰਗ ਫਸਾ ਲਈ ਅਤੇ ਮੀਟਿੰਗ ਬਾਰੇ ਚਰਚਾ ਸ਼ੁਰੂ ਹੋਈ। ਭਾਵੇਂ ਕਿ ਸਾਹਿਤ 'ਚ ਟੰਗ ਅੜਾਉਣੀ ਕਿਤੇ ਨਹੀਂ ਲਿਖਿਆ, ਪਰ ਅੱਜ ਕੱਲ੍ਹ ਜਿੰਨੀ ਸਾਹਿਤਕਾਰਾਂ ਨੂੰ ਚਕਸ਼ਮ ਚੱਲ ਰਹੀ ਹੈ, ਸ਼ਾਇਦ ਹੀ ਕੋਈ ਟੰਗ ਅੜਾਉਂਦਾ ਹੋਵੇ। ਇਹ ਸਾਹਿਤਕ ਗਰੁੱਪ ਅਕਸਰ ਹੀ ਵਾਪਰੀਆਂ ਘਟਨਾਵਾਂ 'ਤੇ ਵਿਚਾਰ ਚਰਚਾ ਕਰਵਾਉਂਦਾ। ਭਾਵੇਂ ਕਿ ਮੇਰਾ ਮਨ ਬਿਲਕੁਲ ਨਹੀਂ ਸੀ ਕਿ ਮੈਂ ਹੀ ਸਿਰ ਅੜਾਇਆ, ਪਰ ਅੰਦਰਲਾ ਸਾਹਿਤਕਾਰ ਜਾਗ ਪਿਆ। ਜਿਵੇਂ ਇੱਕ ਕੁੱਤਾ ਭੌਂਕਦਾ ਤਾਂ ਬਾਕੀ ਹੌਲੀ ਹੌਲੀ ਭੌਂਕਣ ਲੱਗ ਪੈਂਦੇ, ਜਦ ਕਿ ਉਹਨਾਂ ਨੇ ਸਿਰਫ ਆਵਾਜ਼ ਨੂੰ ਸੁਣਿਆ ਹੁੰਦਾ ਪਰ ਦੇਖਿਆ ਕੁਝ ਨਹੀਂ। ਉਹੀ ਹਾਲ ਮੇਰਾ। ਮੈਂ ਕਦੇ ਕਿਸੇ ਕਿਸਾਨ ਜਥੇਬੰਦੀ 'ਚ ਭਾਗ ਨਹੀਂ ਲਿਆ, ਨਾ ਹੀ ਕਿਸਾਨਾਂ ਦੇ ਦਰਦ ਨੂੰ ਜਾਣਦਾ, ਪਰ ਜਦੋਂ ਕੋਈ ਗੱਲ ਕਰਦਾ ਤਾਂ ਮੇਰੇ ਅੰਦਰਲਾ ਕਿਸਾਨ ਜਾਗ ਪਿਆ, ਜਿਹੜਾ ਦਿਨ ਬ ਦਿਨ ਨਿੱਘਰਦਾ ਜਾ ਰਿਹਾ ਹੈ। ਕਾਰਪੋਰੇਟ ਘਰਾਣੇ ਸਰਕਾਰਾਂ ਨੂੰ ਕਠਪੁਤਲੀ ਵਾਂਗ ਵਰਤ ਕੇ ਨਵੇਂ ਕਾਨੂੰਨ ਪਾਸ ਕਰਵਾ ਰਹੇ ਹਨ ਤਾਂ ਕਿ ਇਹਨਾਂ ਜੱਟਾਂ ਦੀ ਆਕੜ ਭੰਨੀ ਜਾ ਸਕੇ। ਪਰ ਜੱਟ ਤਾਂ ਬਣਿਆ ਹੀ ਆਕੜ ਲਈ। ਹਰ ਸਮੇਂ ਉਹ ਦੁਸ਼ਵਾਰੀਆਂ ਦਾ ਸਾਹਮਣਾ ਕਰਦਾ। ਫਿਰ ਵੀ ਰੱਸੀ ਸੜ ਗਈ ਪਰ ਵੱਟ ਨਹੀਂ ਗਿਆ। ਮੈਂ ਇੱਕ ਕਿਸਾਨ ਦਾ ਪੁੱਤਰ, ਖੁਦ ਕਿਸਾਨ, ਪਰ ਜ਼ਿਮੀਂਦਾਰਾ ਬੁਰੀ ਤਰ੍ਹਾਂ ਫੇਲ ਹੋ ਚੁੱਕਾ। ਉਸ ਨਾਲ ਕੰਮ ਕਰਨ ਵਾਲਾ ਸੀਰੀ ਵੀ ਹੋਰ ਧੰਦੇ ਕਰਨ ਲੱਗ ਪਿਆ, ਕਿਉਂਕਿ ਹੁਣ ਉਸ ਦਾ ਗੁਜ਼ਾਰਾ ਜ਼ਿਮੀਂਦਾਰ ਨਾਲ ਰਹਿ ਕੇ ਨਹੀਂ ਹੋ ਰਿਹਾ। ਜ਼ਿਮੀਂਦਾਰ ਖੁਦ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਿਹਾ, ਕਿਉਂਕਿ ਉਸ ਨੂੰ ਪਤਾ ਹੁਣ ਹਾੜੀ ਸਾਉਣੀ ਨੇ ਕੁਝ ਨਹੀਂ ਸਵਾਰਨਾ। ਸਿਰਫ ਆਪਣੀ ਜ਼ਮੀਨ ਦੀ ਮਾਲਕੀ ਸਿੱਧ ਕਰਨ ਲਈ ਮਾਲ ਮਹਿਕਮੇ ਦੇ ਰਿਕਾਰਡ 'ਚ ਖੁਦ ਕਾਸ਼ਤ ਦੇ ਕਾਲਮ 'ਚ ਜਿੰਦਾ ਰਹੇ। ਪਰ
ਪਹਿਲਾ ਕਾਲਮ ਤਾਂ ਸਰਕਾਰ ਦਾ ਜਦ ਚਾਹੇ ਜ਼ਮੀਨ ਕੁਰਕ ਲਵੇ, ਪਰ ਦੂਸਰੀ ਧਿਰ 'ਚ ਖੜਾ ਐਵੇਂ ਹੀ ਆਕੜੀ ਜਾਂਦਾ ਕਿਉਂਕਿ ਧੌਣ 'ਚ ਕਿੱਲਾ ਅੜਿਆ ਹੋਵੇ। ਇਹਦੇ ਨਾਲੋਂ ਤਾਂ ਰੇਹੜੀ ਲਾਉਣ ਵਾਲਾ ਖੁਸ਼ਹਾਲ ਹੋ ਗਿਆ, ਜਿਹੜਾ ਕਿ ਕਿਰਾਏ ਦੇ ਮਕਾਨ 'ਚ ਰਹਿੰਦਾ ਅਤੇ ਦਿਨ ਵੇਲੇ ਸਿਰਫ 8 ਘੰਟੇ ਕੰਮ ਕਰਦਾ, ਫਿਰ ਉਹ ਰੱਬ ਨੂੰ ਵੇਚ ਕੇ ਸੌਂ ਜਾਂਦਾ। ਗੱਲ ਤਾਂ ਜਨਮ ਦਿਨ 'ਤੇ ਕੜਮ ਚੌਧਰੀ ਚੱਲੀ, ਪਰ ਅੱਜ ਮੈਂ ਉਦਾਸ ਹੋ ਗਿਆ। ਮੇਰੇ ਬਜ਼ੁਰਗਾਂ ਨੇ ਜਿਹੜੀ ਜ਼ਮੀਨ ਖਰੀਦੀ ਉਸ ਦੀ ਸੰਭਾਲ ਲਈ ਬਜਿੱਦ ਹੋਈ ਬੈਠਾ ਅਤੇ ਹਾਲੇ ਵੀ 2-4 ਕਿੱਲੇ ਜ਼ਮੀਨ ਖਰੀਦਣ ਨੂੰ ਫਿਰਦਾ ਤਾਂ ਕਿ ਮੇਰੇ ਪੋਤੇ ਖੁਸ਼ ਹੋਣ ਕਿ ਮੇਰਾ ਦਾਦਾ ਜੱਟ ਸੀ। ਪਰ ਮੇਰਾ ਪੋਤਾ ਤਾਂ ਨਹੀਂ ਸੋਚਦਾ, ਇਹ ਤਾਂ ਮੇਰੀ ਸੋਚ। ਉਹ ਤਾਂ ਆਸਟ੍ਰੇਲੀਆ ਬੈਠਾ, ਉਸਨੇ ਕੀ ਲੈਣਾ ਜ਼ਮੀਨ 'ਤੇ। ਪਰ ਖਾਸ ਕਰਕੇ ਮੇਰੇ ਦਾਦੇ ਪੜਦਾਦੇ ਜ਼ਮੀਨ ਖਰੀਦਦੇ ਰਹੇ। ਕਿਸੇ ਆਸ ਨਾਲ ਮੈਂ ਆਪਣੇ ਪੋਤਿਆਂ ਨੂੰ ਜ਼ਮੀਨ ਹੋਰ ਖਰੀਦ ਕੇ ਦਿੰਦਾ ਤਾਂ ਕਿ ਪੰਜਾਬ 'ਚ ਆਉਣ ਤਾਂ ਉਹ ਗੱਡੀ 'ਤੇ ਜੱਟ ਲਿਖ ਕੇ ਖੁਸ਼ ਹੋਣ। ਪਰ ਮੌਜੂਦਾ ਕਿਸਾਨ ਨਿਰਾਸ਼ ਦੇਖ ਕੇ ਮੇਰਾ ਜਨਮ ਦਿਨ ਅੱਜ ਇੰਨਾ ਵਧੀਆ ਨਹੀਂ ਲੱਗ ਰਿਹਾ, ਕਿਉਂਕਿ ਕਿਸਾਨ ਤਾਂ ਸੜਕਾਂ, ਰੇਲਵੇ ਪਟੜੀਆਂ 'ਤੇ ਰੁਲ ਰਿਹਾ ਹੈ ਅਤੇ ਹਾਕਮ ਉਸ ਨਾਲ ਕੋਝੀਆਂ ਮਜ਼ਾਕਾਂ ਕਰਕੇ ਉਸ ਦੇ ਫਾਇਦੇ ਦੀ ਗੱਲ ਦੱਸ ਰਿਹਾ। ਸ਼ਾਇਦ ਉਹਨੂੰ ਪਤਾ ਨਹੀਂ ਕਿ ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਹੈ। ਮਾਂ ਕੋਈ ਵੇਚਦਾ ਨਹੀਂ, ਜਿਹੜਾ ਅਸਲੀ ਜੱਟ ਹੁੰਦਾ।